ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਰਹੇ। ਸੋ ਇਸ ਚੈਨਲ ਉੱਤੇ PS ਟੈਟ, ਸੀ ਟੈਟ, ਮਾਸਟਰ ਕੇਡਰ, NTT ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੀ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਗੁਰੂ ਅਰਜਨ ਦੇਵ ਜੀ ਦੇ ਨਾਲ ਰਿਲੇਟਡ, ਜੋ ਕਿ ਪੰਜਾਬੀ ਸਾਹਿਤ ਦੇ ਅਧੀਨ ਆਪਾਂ ਡਿਸਕਸ ਕਰਾਂਗੇ। ਮਾਸਟਰ ਕੇਡਰ ਔਰ NTA ਨੈਟ ਐਗਜ਼ਾਮ ਦੇ ਲਈ ਤੁਹਾਨੂੰ ਹੈਲਪਫੁਲ ਰਹੂਗਾ। ਸੋ ਇੱਕ ਚੀਜ਼ ਧਿਆਨ ਦੇ ਵਿੱਚ ਰੱਖਣਾ ਕਿ ਜਦੋਂ ਅਸੀਂ ਇਹਨੂੰ ਹਿਸਟਰੀ ਦੇ ਵਿੱਚ ਪੜ੍ਹਾਂਗੇ ਤਾਂ ਇਸ ਦੇ ਅਧੀਨ ਕੁਝ ਹੋਰ ਕਨਸੈਪਟ ਅਤੇ ਵਾਸਟ ਕਨਸੈਪਟ ਮਿਲੂਗਾ, ਬਟ ਜਦੋਂ ਅਸੀਂ ਇਸ ਨੂੰ ਪੰਜਾਬੀ ਦੇ ਵਿੱਚ ਲਿਟਰੇਚਰ ਦੇ ਰੂਪ ਦੇ ਵਿੱਚ ਪੜ੍ਹਾਂਗੇ ਤਾਂ ਟੌਪਿਕ ਕੁਝ ਛੋਟੇ ਰੂਪ ਦੇ ਵਿੱਚ ਚਲਾ ਜਾਊਗਾ ਅਤੇ ਕੁਝ ਸੀਮਿਤ ਜਾਣਕਾਰੀ ਤੱਕ ਹੀ ਜਿਹੜਾ ਕਹਿ ਸਕਦੇ ਰਹੂਗਾ। ਮੀਨਸ ਕਿ ਜ਼ਿਆਦਾਤਰ ਜਿਹੜਾ ਹੈ ਉਹ ਲਿਟਰੇਚਰ ਦੇ ਉੱਪਰ ਡਿਪੈਂਡ ਰਹੂਗਾ। ਠੀਕ ਹੈ, ਸੋ ਇਸ ਕਰਕੇ ਇਹਦੇ ਵਿੱਚ ਅਗਰ ਅਸੀਂ ਜਦੋਂ ਪੰਜਾਬੀ ਦੇ ਵਿੱਚ ਰੀਡ ਕਰਾਂਗੇ ਤਾਂ ਕੁਝ ਘੱਟ ਜਿਹੜੀ ਜਾਣਕਾਰੀ ਰਹਿ ਜਾਂਦੀ ਹੈ, ਜ਼ਿਆਦਾ ਜਿਹੜੀ ਹੈ ਐਕਸਪਲੇਨੇਸ਼ਨ ਨਹੀਂ ਮਿਲਦੀ ਹੈਗੀ। ਸੋ ਇਸ ਕਰਕੇ ਛੋਟੇ ਟੌਪਿਕ ਮਿਲਣਗੇ, ਬਟ ਜੇਕਰ ਤੁਸੀਂ ਫਿਰ ਵੀ ਡੀਪਲੀ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਹਿਸਟਰੀ ਦੀ ਜਿਹੜੀ ਪਲੇਲਿਸਟ ਹੈ ਉਸ ਦੇ ਵਿੱਚੋਂ ਜਾ ਕੇ ਇਹਨਾਂ ਸਾਰੀਆਂ ਥਿਓਰੀਜ਼ ਨੂੰ ਦੇਖ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ। ਬਟ ਜੋ ਅਗਰ ਅਸੀਂ ਮਾਸਟਰ ਕੇਡਰ ਦੇ ਅਕੋਰਡਿੰਗ ਗੱਲ ਕਰੀਏ, ਪੰਜਾਬੀ ਦੇ ਅਕੋਰਡਿੰਗ ਕਰੀਏ ਤਾਂ ਇਹ ਸਿਰਫ ਇੰਨੀ ਕਿ ਨੌਲੇਜ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ, ਯਾਨੀ ਕਿ ਬਹੁਤ ਹੈ। ਸੋ ਇਸੇ ਦੇ ਅਧੀਨ ਹੀ ਜਾਂ ਇਸ ਦੇ ਵਿੱਚੋਂ ਹੀ ਜਿਹੜਾ ਉਹ ਪੇਪਰ ਮੋਸਟਲੀ ਆਉਂਦਾ ਹੁੰਦਾ ਹੈ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਹੈ, ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਸਾਡੇ ਪੰਜਾਬੀ ਮਾਸਟਰ ਕੇਡਰ ਦੇ ਵਿੱਚ ਜਿਹੜੇ ਕਹਿ ਸਕਦੇ ਹਾਂ 3 ਗੁਰੂ ਸਾਹਿਬਾਨ ਆਉਂਦੇ ਨੇਗੇ। ਸੋ ਪਹਿਲਾ ਗੁਰੂ ਨਾਨਕ ਸਾਹਿਬ ਜੀ, ਦੂਸਰੇ ਅਮਰਦਾਸ ਜੀ ਅਤੇ ਤੀਸਰੇ ਜਿਹੜੇ ਹੈਗੇ ਨੇ ਗੁਰੂ ਅਰਜਨ ਦੇਵ ਜੀ, ਅਤੇ ਚੌਥੇ ਜਿਹੜੇ ਗੁਰਮਤਿ ਕਾਵਿ ਦੇ ਅਧੀਨ ਆਉਂਦੇ ਨੇ ਸੋ ਉਹ ਭਾਈ ਗੁਰਦਾਸ ਜੀ ਆਉਂਦੇ ਨੇ। ਤਾਂ 4 ਜਿਹੜੇ ਨੇਗੇ ਜਿਹੜੇ ਸਿੱਖ ਧਰਮ ਦੇ ਨਾਲ ਰਿਲੇਟਡ ਨੇ, ਜੋ ਕਿ ਮਾਸਟਰ ਕੇਡਰ ਦੇ ਵਿੱਚ ਆਉਂਦੇ ਨੇ। ਔਰ ਪੰਜਾਬੀ ਲੈਕਚਰਰ ਦੇ ਵਿੱਚ ਜਿਹੜੇ ਉਹ ਜ਼ਿਆਦਾ ਆਉਂਦੇ ਨੇ ਕਿ ਸੋ ਉਹਨਾਂ ਦੀ ਤੁਹਾਨੂੰ ਹੈ ਨਾ PDF ਹੈ ਜਿਹੜੀ ਉੱਥੋਂ ਮਿਲ ਜਾਵੇਗੀ। ਅਗਰ ਤੁਸੀਂ ਲੈਣਾ ਚਾਹੁੰਦੇ ਤਾਂ ਉੱਥੋਂ ਤੁਹਾਨੂੰ ਮਿਲ ਜਾਊਗਾ। ਓਕੇ, ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਗੁਰੂ ਅਰਜਨ ਦੇਵ ਜੀ, ਸੋ ਜੋ ਕਿ 1563 ਤੋਂ ਲੈ ਕੇ 1606 ਤੱਕ ਜਿਹੜਾ ਹੈ ਸ਼ਾਸਨ ਦੇ ਵਿੱਚ ਰਹਿੰਦੇ ਹੈਗੇ ਨੇਗੇ। ਓਕੇ, ਤਾਂ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਜਨਮ ਤੋਂ। ਤਾਂ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜਨਮ ਹੈ ਉਹ 15 ਅਪ੍ਰੈਲ 1563 ਦੇ ਵਿੱਚ ਹੋਇਆ ਸੀ ਅਤੇ ਸੰਮਤ 1620 ਦੇ ਵਿੱਚ ਹੋਇਆ ਸੀ। ਇੱਕ ਚੀਜ਼ ਧਿਆਨ ਦੇ ਵਿੱਚ ਰੱਖਣਾ ਕਿ ਪੰਜਾਬੀ ਦੇ ਵਿੱਚ ਜ਼ਿਆਦਾ ਇਹ ਚਾਂਸ ਰਹਿੰਦੇ ਨੇ ਕਿ ਕਈ ਵਾਰ ਉਹ ਸੰਮਤ ਦਾ ਜਿਹੜਾ ਸੈਸ਼ਨ ਪੁੱਛ ਲੈਂਦੇ ਹੁੰਦੇ ਨੇ। ਤਾਂ ਤੁਸੀਂ ਯਾਦ ਰੱਖਣਾ ਹੈ ਸੰਮਤ ਦੇ ਅਕੋਰਡਿੰਗ 1620 ਹੈ। ਅਤੇ ਦੂਸਰੇ ਨਾਰਮਲ ਦੀ ਗੱਲ ਕਰੀਏ ਤਾਂ 15 ਅਪ੍ਰੈਲ 1563 ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਜਨਮ ਹੋਇਆ ਸੀਗਾ। ਜਨਮ ਨਗਰੀ ਦੀ ਗੱਲ ਕਰੀਏ, ਜਨਮ ਸਥਾਨ ਦੀ ਗੱਲ ਕਰੀਏ ਤਾਂ ਗੋਬਿੰਦਵਾਲ ਸਾਹਿਬ ਵਿਖੇ ਜਿਹੜਾ ਉਹਨਾਂ ਦਾ ਜਨਮ ਹੋਇਆ ਸੀ, ਜੋ ਕਿ ਤਰਨ ਤਾਰਨ ਦੇ ਵਿੱਚ ਸਥਿਤ ਹੈ। ਸੋ ਉੱਥੇ ਇਹਨਾਂ ਦਾ ਜਨਮ ਹੋਇਆ ਸੀ 15 ਅਪ੍ਰੈਲ 1563 ਨੂੰ। ਅਗਰ ਮਾਤਾ ਪਿਤਾ ਦੀ ਗੱਲ ਕਰੀਏ ਤਾਂ ਮਾਤਾ ਪਿਤਾ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਸੀਗਾ, ਜੋ ਕਿ ਚੌਥੇ ਗੁਰੂ ਸੀਗੇ, ਔਰ ਮਾਤਾ ਦਾ ਨਾਮ ਮਾਤਾ ਭਾਨੀ ਜੀ ਸੀਗਾ ਉਹਨਾਂ ਦੀ। ਸੋ ਵਿਆਹ ਜਿਹੜਾ ਸੀ ਗੁਰੂ ਅਰਜਨ ਦੇਵ ਜੀ ਦਾ ਮਾਓ, ਜੋ ਕਿ ਜਲੰਧਰ ਦੇ ਵਿੱਚ ਸੀਗਾ ਇੱਕ ਪਿੰਡ, ਸੋ ਉੱਥੋਂ ਦਾ ਵਸਨੀਕ ਸੀਗਾ ਸ਼੍ਰੀ ਕ੍ਰਿਸ਼ਨ ਚੰਦ, ਉਹਨਾਂ ਦੀ ਸਪੁੱਤਰੀ ਸੀ ਜਿਸ ਦਾ ਨਾਮ ਮਾਤਾ ਗੰਗਾ ਜੀ ਸੀ। ਸੋ ਉਹਨਾਂ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਵਿਆਹ ਹੋਇਆ ਸੀਗਾ। ਓਕੇ, ਸੋ ਅਗਰ ਸੰਤਾਨ ਦੀ ਗੱਲ ਕਰੀਏ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜੋ ਕਿ ਅੱਗੇ 6ਵੇਂ ਗੁਰੂ ਬਣੇ ਸੀ ਸਿੱਖਾਂ ਦੇ, ਸੋ ਉਹ ਅਗਲੇ ਇਹਨਾਂ ਦੇ ਜਿਹੜੇ ਪੁੱਤਰ ਸੀਗੇ, ਯਾਨੀ ਕਿ ਸੰਤਾਨ ਸੀਗੀ ਇਹਨਾਂ ਦੀ। ਓਕੇ, ਗੁਰਿਆਈ ਜਿਹੜੀ ਸੀ ਇਹਨਾਂ ਨੂੰ 1581 ਦੇ ਵਿੱਚ ਗੋਬਿੰਦਵਾਲ ਵਿਖੇ ਜਿਹੜਾ ਮਿਲੀ ਸੀਗੀ। ਸੰਮਤ ਦੇ ਅਕੋਰਡਿੰਗ 1638 ਦੇ ਵਿੱਚ ਗੁਰਗੱਦੀ ਜਿਹੜੀ ਹੈ ਗੁਰੂ ਸਾਹਿਬ ਜੀ ਨੇ ਸੰਭਾਲੀ ਸੀਗੀ। ਓਕੇ, ਸੋ ਗੁਰੂ ਸਾਹਿਬ ਜੀ ਦੁਆਰਾ ਕਾਫੀ ਸਾਰੇ ਜਿਹੜੇ ਅਸਥਾਨ ਉਹ ਰਚੇ ਗਏ ਸੀ ਜਾਂ ਨਿਰਮਾਣ ਕੀਤੇ ਗਏ ਸੀ। ਸੋ ਉਹਨਾਂ ਦਾ ਸਾਰਿਆਂ ਦਾ ਜ਼ਿਕਰ ਹੈ। ਸੋ ਇਹਨਾਂ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਜਿਹੜਾ ਸਰੋਵਰ ਹੈ ਸੋ ਉਸ ਦਾ ਜਿਹੜਾ ਨਿਰਮਾਣ ਕਰਵਾਇਆ ਸੀਗਾ, ਉਸ ਨੂੰ ਸਕਸੈਸਫੁਲ ਕੀਤਾ ਸੀ। ਇਸ ਤੋਂ ਇਲਾਵਾ ਸੰਤੋਖਸਰ ਜਿਹੜਾ ਕਹਿ ਸਕਦੇ ਹੈਗੇ ਸਰੋਵਰ ਹੈ, ਸੋ ਉਸ ਨੂੰ ਵੀ ਮੁਕੰਮਲ ਕਰਵਾਇਆ ਸੀਗਾ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ। ਔਰ ਤਰਨਤਾਰਨ ਸਰੋਵਰ ਜਿਹੜਾ ਹੈ ਉਸ ਦਾ ਨਿਰਮਾਣ ਵੀ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਹੀ ਕਰਵਾਇਆ ਸੀਗਾ। ਕਰਤਾਰਪੁਰ ਜੋ ਕਿ ਜਲੰਧਰ ਦੇ ਵਿੱਚ ਸਥਿਤ ਹੈ, ਸੋ ਉਸ ਸ਼ਹਿਰ ਦਾ ਨਿਰਮਾਣ ਵੀ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਦੁਆਰਾ ਕਰਵਾਇਆ ਗਿਆ ਸੀਗਾ। ਤਰਨਤਾਰਨ ਸ਼ਹਿਰ ਦਾ ਨਿਰਮਾਣ ਵੀ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਹੀ ਕੀਤਾ ਗਿਆ ਸੀ। ਛਹੇਟਾ ਸਾਹਿਬ ਸ਼੍ਰੀ ਹਰਗੋਬਿੰਦਪੁਰਾ, ਜੋ ਕਿ ਇਹਨਾਂ ਨੇ ਆਪਣੇ ਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜਨਮ ਖੁਸ਼ੀ ਦੇ ਵਿੱਚ ਜਿਹੜਾ ਕਹਿ ਸਕਦੇ ਰੱਖਿਆ ਗਿਆ ਸੀ ਨਾ, ਸੋ ਇਸ ਸ਼ਹਿਰ ਦਾ ਨਿਰਮਾਣ ਕੀਤਾ ਸੀ। ਬੌਲੀ ਸਾਹਿਬ ਦਾ ਨਿਰਮਾਣ ਜੋ ਕਿ ਲਾਹੌਰ ਦੇ ਵਿੱਚ ਕੀਤਾ ਸੀ ਇਹਨਾਂ ਨੇ, ਸੋ ਇਹ ਵੀ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਹੀ ਕੀਤਾ ਗਿਆ ਸੀ। ਅੰਮ੍ਰਿਤਸਰ ਗੁਰੂ ਕਾ ਬਾਗ ਦਾ ਨਿਰਮਾਣ ਜਿਹੜਾ ਹੈ ਉਹ ਵੀ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਹੀ ਕੀਤਾ ਗਿਆ ਸੀ। ਸੋ ਇਹ ਪੂਰੇ ਜਿਹੜੇ ਸਥਾਨ ਨੇ ਇਹਨਾਂ ਦੇ ਵਿੱਚੋਂ ਕਈ ਵਾਰ ਪੰਜਾਬੀ ਦੇ ਵਿੱਚ
ਹਾਲਾਂਕਿ ਇਹ ਹਿਸਟਰੀ ਦਾ ਟੌਪਿਕ ਹੈ, ਮੀਨਸ ਕਿ ਇਹ ਵਾਲੇ ਸਥਾਨ ਹਿਸਟਰੀ ਦੇ ਵਿੱਚ, ਬਟ ਪੰਜਾਬੀ ਦੇ ਵਿੱਚ ਕਈ ਵਾਰ ਅਕਸਰ ਆ ਜਾਂਦਾ ਹੁੰਦਾ ਕਿ ਇਹਨਾਂ ਦੇ ਵਿੱਚੋਂ ਗੁਰੂ ਕਾ ਬਾਗ, ਅੰਮ੍ਰਿਤਸਰ ਸਰੋਵਰ ਜਾਂ ਸ਼ਹਿਰ ਜੋ ਵੀ ਨਿਰਮਾਣ ਕੀਤਾ ਗਿਆ ਹੈ ਨਾ, ਉਹਨਾਂ ਰਿਲੇਟਡ ਕੋਈ ਕੁਐਸਚਨ ਆ ਸਕਦਾ ਹੁੰਦਾ, ਤਾਂ ਤੁਸੀਂ ਇਸ ਚੀਜ਼ ਯਾਦ ਰੱਖਣੀ ਹੈ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਾਈ ਦਾ ਜਿਹੜਾ ਕੰਮ ਹੈ ਸੋ ਇਹ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਹੀ ਕੀਤਾ ਗਿਆ ਸੀ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਹੀ ਸ਼ੁਰੂ ਕੀਤਾ ਗਿਆ ਸੀਗਾ। ਸੋ ਪਹਿਲੇ ਦੇ 4 ਗੁਰੂਆਂ ਦੀ ਜਿਹੜੀ ਬਾਣੀ ਹੈ ਉਹਨਾਂ ਨੂੰ ਕਲੈਕਟ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਡ ਕਰਨ ਦੀ ਜਿਹੜੀ ਜ਼ਿੰਮੇਵਾਰੀ ਸੀ ਜਾਂ ਭੂਮਿਕਾ ਸੀ, ਇਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਹੀ ਨਿਭਾਈ ਸੀਗੀ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਜਿਹੜਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਸੀ, ਇਹ ਸ਼੍ਰੀ ਰਾਮਸਰ ਦਾ ਜਿਹੜਾ ਕਹਿ ਸਕਦੇ ਹਾਂ ਸਰੋਵਰ ਹੈ ਉਸ ਦੇ ਕੰਢੇ ਦੇ ਉੱਪਰ ਬੈਠ ਕੇ ਇਹਨਾਂ ਨੇ ਇਸ ਲਿਖਾਈ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਸੀਗਾ, ਅਤੇ ਪੂਰੀ ਦੀ ਪੂਰੀ ਜਿਹੜੀ ਬਾਣੀ ਹੈ 4 ਗੁਰੂਆਂ ਦੀ ਉਹਨਾਂ ਨੂੰ ਕਲੈਕਟ ਕਰਕੇ ਇੱਥੇ ਗੁਰੂ ਸਾਹਿਬ ਜੀ ਨੇ ਖੁਦ ਲਿਖਵਾਇਆ ਸੀ, ਅਤੇ ਲਿਖਾਈ ਦਾ ਜਿਹੜਾ ਕੰਮ ਇਹਨਾਂ ਨੇ ਸ਼ੁਰੂ ਕਰਵਾਇਆ ਸੀ ਇਹ ਕਹਿ ਸਕਦੇ ਹੈਗੇ ਕਿ ਭਾਈ ਗੁਰਦਾਸ ਜੀ ਤੋਂ ਕਰਵਾਇਆ ਸੀਗਾ। ਭਾਈ ਗੁਰਦਾਸ ਜੀ ਨੇ ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਸੰਰਚਨਾ ਨੂੰ ਜਿਹੜਾ ਹੈ ਲਿਖਤੀ ਰੂਪ ਦਿੱਤਾ ਸੀ, ਅਤੇ 1604 ਦੇ ਵਿੱਚ ਇਸ ਕੰਮ ਨੂੰ ਜਿਹੜਾ ਹੈ ਸੰਪੂਰਨ ਜਿਹੜਾ ਹੈ ਕਰ ਲਿੱਤਾ ਗਿਆ ਸੀਗਾ, ਕੰਪਲੀਟ ਕਰ ਲਿਆ ਗਿਆ ਸੀਗਾ ਆਦਿ ਗ੍ਰੰਥ ਸਾਹਿਬ ਨੂੰ। ਠੀਕ ਹੈ, ਸੋ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਜੋ ਬੀੜ ਤਿਆਰ ਕੀਤੀ ਗਈ ਹੈ, ਸੋ ਇਸ ਬੀੜ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਰਤਾਰਪੁਰ ਵਾਲੀ ਬੀੜ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਮੋਸਟ ਇੰਪੋਰਟੈਂਟ ਹੈ, ਕਈ ਵਾਰ ਆ ਜਾਂਦਾ ਹੁੰਦਾ ਹੈ, ਕਰਤਾਰਪੁਰ ਵਾਲੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਬੀੜ ਦਾ ਨਿਰਮਾਣ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਰਵਾਇਆ ਸੀ। ਓਕੇ, ਸੋ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਵੀ ਜਿਹੜਾ ਹੈ ਉਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਹੀ ਰਖਾਇਆ ਗਿਆ ਸੀਗਾ। ਸੋ ਇਹ ਨੀਂਹ ਪੱਥਰ ਜਿਹੜਾ ਸੀ ਇੱਕ ਮੁਸਲਮਾਨ ਦੇ ਦੁਆਰਾ ਰਖਾਇਆ ਗਿਆ ਸੀਗਾ, ਔਰ ਸਾਈਂ ਮੀਆਂ ਮੀਰ ਉਸਦਾ ਜਿਹੜਾ ਨਾਮ ਸੀ। ਸੋ ਇਹ ਚੀਜ਼ ਐਕਸਪਲੇਨ ਕਰਦੀ ਹੈ ਕਿ ਗੁਰੂ ਸਾਹਿਬ ਜੀ ਜਿਹੜੇ ਸੀਗੇ ਜਾਂ ਸਿੱਖ ਧਰਮ ਜਿਹੜਾ ਸੀ ਉਹ ਸਾਰੇ ਧਰਮਾਂ ਦੇ ਪ੍ਰਤੀ ਜਿਹੜਾ ਕਹਿ ਸਕਦੇ ਨਿਮਰਤਾ ਰੱਖਦਾ ਸੀ, ਇਸ ਕਰਕੇ ਇਹਨਾਂ ਨੇ ਖੁਦ ਦੇ ਕਹਿ ਸਕਦੇ ਹੈ ਨਾ ਨੀਂਹ ਪੱਥਰ ਜਿਹੜਾ ਕਿ ਇਹਨਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹੈ, ਸੋ ਉਸ ਦੀ ਨੀਂਹ ਵੀ ਜਿਹੜੀ ਹੈ ਉਹ ਮੁਸਲਮਾਨ ਤੋਂ ਹੀ ਰਖਵਾਈ ਸੀ, ਸਾਈਂ ਮੀਆਂ ਮੀਰ ਤੋਂ। ਸੋ ਇਸ ਸਮੇਂ ਯਾਨੀ ਕਿ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸਮਕਾਲੀ ਸ਼ਾਸਕ ਜਿਹੜੇ ਨੇ ਉਹ ਅਕਬਰ ਅਤੇ ਜਹਾਂਗੀਰ ਸੀਗੇ। ਸੋ ਅਕਬਰ ਦੇ ਸਮੇਂ ਜਿਹੜਾ ਕਹਿ ਸਕਦੇ ਹਾਂ ਸਿੱਖਾਂ ਦੇ ਵਿਚਕਾਰ ਜਿਹੜੇ ਹੈ ਅੱਛੇ ਸੰਬੰਧ ਰਹੇ ਸੀ, ਬਟ ਜਹਾਂਗੀਰ ਜਿਹੜਾ ਹੈ ਇੱਕ ਕੱਟੜ ਮੁਸਲਮਾਨ ਹੋਣ ਦੇ ਕਾਰਨ ਜਿਹੜਾ ਹੈ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਉਂਦਾ ਹੈਗਾ ਗਾ। ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਇੱਕ ਅਜਿਹੇ ਸਿੱਖ ਗੁਰੂ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀ ਦੀ ਜਿਹੜੀ ਪਰੰਪਰਾ ਹੈ ਉਸ ਦੀ ਸ਼ੁਰੂਆਤ ਕੀਤੀ, ਉਸ ਦੀ ਸਥਾਪਨਾ ਕੀਤੀ, ਅਤੇ ਧਰਮ ਦੀ ਰੱਖਿਆ ਦੇ ਲਈ ਸ਼ਹੀਦ ਹੋਣ ਦੀ ਜਿਹੜੀ ਪ੍ਰਕਿਰਿਆ ਹੈ ਜਿਹੜੀ ਹੋਂਦ ਹੈ ਉਸ ਨੂੰ ਸ਼ੁਰੂ ਕਰ ਦਿੱਤਾ ਸੀ। ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਹੀ ਦਸਵੰਧ ਦੀ ਜਿਹੜੀ ਪ੍ਰਕਿਰਿਆ ਹੈ ਜਾਂ ਦਸਵੰਧ ਦੀ ਪ੍ਰਥਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਸੀ। ਦਸਵੰਧ ਦਾ ਅਰਥ ਸੀਗਾ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਗੁਰਸਿੱਖ ਜਿਹੜਾ ਹੈ ਆਪਣੀ ਆਮਦਨ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਗੁਰੂ ਸਾਹਿਬ ਨੂੰ ਜਿਹੜਾ ਹੈ ਦਾਨ ਦੇ ਵਿੱਚ ਦੇਵੇਗਾ। ਸੋ ਇਸ ਪ੍ਰਥਾ ਨੂੰ ਸ਼ੁਰੂ ਕਰਨ ਦਾ ਮਤਲਬ ਇਹ ਸੀਗਾ, ਉਦੇਸ਼ ਇਹ ਸੀਗਾ ਕਿ ਜੋ ਵੀ ਨਵੇਂ ਜਿਹੜੇ ਸਰੋਵਰ ਜਾਂ ਕੋਈ ਵੀ ਧਾਰਮਿਕ ਸਥਾਨ ਜਿਹੜਾ ਐਸਟੈਬਲਿਸ਼ ਕੀਤਾ ਜਾਂਦਾ ਉਸ ਦੇ ਲਈ ਇਹਨਾਂ ਨੂੰ ਜਿਹੜੀ ਪੈਸੇ ਦੀ ਜ਼ਰੂਰਤ ਹੁੰਦੀ ਸੀ, ਧਨ ਦੀ ਜਿਹੜੀ ਜ਼ਰੂਰਤ ਹੁੰਦੀ ਸੀ, ਤਾਂ ਉਸ ਨੂੰ ਕੰਪਲੀਟ ਕਰਨ ਦੇ ਲਈ, ਉਸ ਨੀਡ ਨੂੰ ਪੂਰਾ ਕਰਨ ਦੇ ਲਈ ਗੁਰੂ ਸਾਹਿਬ ਜੀ ਨੇ ਦਸਵੰਧ ਜਿਹੜਾ ਹੈ ਉਸ ਦੀ ਸ਼ੁਰੂਆਤ ਕੀਤੀ ਸੀਗੀ। ਓਕੇ, ਨੈਕਸਟ ਹੈ ਸੋ ਗੁਰੂ ਸਾਹਿਬ ਜੀ ਨੂੰ ਸੱਚਾ ਪਾਤਸ਼ਾਹ ਦੀ ਉਪਾਧੀ ਦੇ ਨਾਲ ਵੀ ਸਤਿਕਾਰਿਆ ਜਾਂਦਾ ਹੈਗਾ ਗਾ। ਸੋ ਇਹਨਾਂ ਨੇ ਜਿਹੜੀ ਕਹਿ ਸਕਦੇ ਹਾਂ ਸੱਚਾ ਪਾਤਸ਼ਾਹ ਦੀ ਉਪਾਧੀ ਦੀ ਸ਼ੁਰੂਆਤ ਕੀਤੀ ਸੀਗੀ। ਅਤੇ ਇਹਨਾਂ ਨੇ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗਾਂ ਦੇ ਵਿੱਚੋਂ ਸਿਰਫ 30 ਰਾਗਾਂ ਦੇ ਵਿੱਚ ਜਿਹੜੀ ਹੈ ਆਪਣੀ ਬਾਣੀ ਹੈ ਉਹ ਦਰਜ ਕੀਤੀ ਹੈਗੀ। ਸੋ ਇਹਨਾਂ ਨੇ 31ਵਾਂ ਰਾਗ ਜਿਹੜਾ ਕਿ ਰਾਗ ਜੈਜਾਵਤੀ ਹੈ, ਸੋ ਇਸ ਦਾ ਜਿਹੜਾ ਕਹਿ ਸਕਦੇ ਹਾਂ ਪ੍ਰਯੋਗ ਨਹੀਂ ਕੀਤਾ ਗੁਰਬਾਣੀ ਦੇ ਵਿੱਚ। ਠੀਕ ਹੈ, ਇਹ ਚੀਜ਼ ਯਾਦ ਰੱਖਣੀ ਹੈਗੀ 31ਵਾਂ ਰਾਗ ਸੀ ਜਿਹੜਾ। ਔਰ ਕੁੱਲ ਇਹਨਾਂ ਦੇ ਦੁਆਰਾ 6 ਵਾਰਾਂ ਦੀ ਜਿਹੜੀ ਰਚਨਾ ਕੀਤੀ ਗਈ ਹੈ। ਸੋ 6 ਵਾਰਾਂ ਇਹਨਾਂ ਦੀਆਂ ਅਲੱਗ-ਅਲੱਗ ਰਾਗਾਂ ਦੇ ਵਿੱਚ ਜਿਹੜੀਆਂ ਲਿਖੀਆਂ ਗਈਆਂ ਨੇ, ਔਰ ਸਭ ਤੋਂ ਵੱਧ ਜਿਹੜੇ ਸ਼ਬਦ ਨੇ ਉਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਹੀ ਨੇ। ਤਕਰੀਬਨ 2216 ਸ਼ਬਦ ਜਿਹੜੇ ਨੇਗੇ ਉਹ ਗੁਰੂ ਸਾਹਿਬ ਜੀ ਦੇ ਦੁਆਰਾ ਲਿਖੇ ਗਏ ਨੇ। ਤਾਂ ਇਹ ਕੁਐਸਚਨ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਗਈ ਹੈ ਅਤੇ ਸਭ ਤੋਂ ਵੱਧ ਸ਼ਬਦ ਜਿਹੜੇ ਹੈ ਉਹ ਕਿਸ ਗੁਰੂ ਸਾਹਿਬ ਜੀ ਦੇ ਦੁਆਰਾ ਰਚੇ ਗਏ ਹੈਗੇ ਨੇ। ਔਰ ਆਪਣੇ ਤਕਰੀਬਨ 116 ਸਲੋਕ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਉਹਨਾਂ ਦੀ ਰਚਨਾ ਕੀਤੀ ਹੈ। ਸ਼ਬਦ ਜਿਹੜੇ ਨੇ ਉਹ 2216 ਨੇਗੇ, ਵਾਰਾਂ ਨੇ ਜਿਹੜੀਆਂ ਉਹ ਕਹਿ ਸਕਦੇ ਹਾਂ 6 ਨੇਗੀਆਂ, ਸ਼ਲੋਕ ਜਿਹੜੇ ਉਹ 116 ਹੈਗੇ ਨੇ, ਰਾਗ ਜਿਹੜੇ ਉਹ 30 ਹੈਗੇ ਨੇ। ਇਹ ਇੰਪੋਰਟੈਂਟ ਨੇਗੇ। ਠੀਕ ਹੈ, ਔਰ ਜੋਤੀ ਜੋਤ ਸਮਾਏ ਨੇ 30 ਮਈ 1606 ਨੂੰ ਸੰਮਤ ਦੇ ਅਕੋਰਡਿੰਗ 1663 ਬਣਦਾ ਹੈ, ਜੋ ਕਿ ਲਾਹੌਰ ਵਿਖੇ ਜਿਹੜਾ ਹੈ ਇਹਨਾਂ ਨੂੰ ਨਾ ਤੱਤੀ ਤਵੀ ਦੇ ਉੱਪਰ ਬਿਠਾ ਕੇ ਜਿਹੜਾ ਸ਼ਹੀਦ ਕੀਤਾ ਗਿਆ ਸੀ। ਔਰ ਇਸ ਤੋਂ ਇਹਨਾਂ ਦੇ ਉੱਪਰ ਜਿਹੜਾ ਕਹਿ ਸਕਦੇ ਹਾਂ ਤੱਤੇ ਰੇਤ ਦੇ ਜਿਹੜੇ ਕਹਿ ਸਕਦੇ ਹਾਂ ਜਿਹੜੇ ਕੜਛੇ ਜਿਹੜੇ ਉਹ ਭਰ ਕੇ ਸਿੱਟੇ ਗਏ ਸੀ। ਸੋ ਇਸ ਤਰੀਕੇ ਦੇ ਨਾਲ ਦਰਦਨਾਕ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਕਹਿ ਸਕਦੇ ਹਾਂ ਸ਼ਹੀਦ ਕੀਤਾ ਗਿਆ ਸੀ। ਤਾਂ ਗੁਰੂ ਅਰਜਨ ਸਾਹਿਬ ਜੀ ਦੀਆਂ ਕੁਝ ਪ੍ਰਮੁੱਖ ਬਾਣੀਆਂ ਹੈਗੀਆਂ ਨੇ। ਸੋ ਪਹਿਲੀ ਹੈ ਸੁਖਮਣੀ ਸਾਹਿਬ। ਸੋ ਸੁਖਮਣੀ ਸਾਹਿਬ ਦਾ ਅਰਥ ਹੈ ਕਿ ਮਨ ਨੂੰ ਕਿਸੇ ਤਰ੍ਹਾਂ ਕਹਿ ਸਕਦੇ ਨੇ ਸੁੱਖ ਦੇਣ ਵਾਲੀ ਬਾਣੀ। ਸੋ ਇਸ ਦੇ ਥਰੂ ਕਹਿ ਸਕਦੇ ਹਾਂ ਮਨ ਨੂੰ ਜਿਹੜਾ ਇੱਕ ਅੱਛਾ ਜਿਹੜਾ ਸੁੱਖ ਮਿਲਦਾ ਹੈ।
ਜਿਸ ਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਮਨ ਨੂੰ ਸੁੱਖ ਸਿਰਫ ਅਤੇ ਸਿਰਫ ਜਿਹੜਾ ਹੈ ਉਹ ਨਾਮ ਜਪ ਕੇ ਹੀ ਮਿਲ ਸਕਦਾ ਹੈ। ਹੋਰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਆਪਣੇ ਮਨ ਨੂੰ ਜਿਹੜਾ ਹੈ ਕਹਿ ਸਕਦੇ ਹਾਂ ਸੁਖੀ ਨਹੀਂ ਰੱਖ ਸਕਦੇ। ਸੋ ਜਿਸ ਤਰੀਕੇ ਦੇ ਨਾਲ ਅਸੀਂ ਪਰਮਾਤਮਾ ਦੇ ਨਾਮ ਦਾ ਜਿਹੜਾ ਸਿਮਰਨ ਕਰਦੇ ਰਹਾਂਗੇ, ਉਸ ਦੀ ਭਜਨ ਜਿਹੜੀ ਗਾਉਂਦੇ ਰਹਾਂਗੇ ਆਪਣੇ ਮਨ ਦੇ, ਉਸੇ ਤਰੀਕੇ ਦੇ ਨਾਲ ਸਾਡਾ ਮਨ ਵੀ ਜਿਹੜਾ ਹੈ ਉਹ ਸ਼ਾਂਤ ਸਥਿਤੀ ਦੇ ਵਿੱਚ ਰਹੂਗਾ। ਸੋ ਇਸ ਬਾਣੀ ਦੀ ਜਿਹੜੀ ਰਚਨਾ ਹੈ ਉਹ ਗੌੜੀ ਰਾਗ ਦੇ ਵਿੱਚ ਕੀਤੀ ਗਈ ਹੈ। ਸੋ ਇਹ ਚੀਜ਼ਾਂ ਕਾਫੀ ਇੰਪੋਰਟੈਂਟ ਨੇਗੀਆਂ, ਠੀਕ ਹੈ। ਔਰ ਇਸ ਦੇ ਵਿੱਚ ਕੁੱਲ 24 ਅਸ਼ਟਪਦੀਆਂ ਜਿਹੜੀਆਂ ਸ਼ਾਮਲ ਨੇ ਅਤੇ ਹਰ ਅਸ਼ਟਪਦੀਆਂ ਦੇ ਆਰੰਭ ਦੇ ਵਿੱਚ ਇੱਕ ਸ਼ਲੋਕ ਜਿਹੜਾ ਅੰਕਿਤ ਕੀਤਾ ਗਿਆ ਹੈ, ਜਿਸ ਦੇ ਵਿੱਚ ਉਸ ਅਸ਼ਟਪਦੀ ਦਾ ਸਾਰ ਵੀ ਦਿੱਤਾ ਜਾਂਦਾ ਹੈਗਾ ਜਾਂ ਦਿੱਤਾ ਗਿਆ ਹੈ, ਠੀਕ ਹੈ। ਔਰ ਹਰ ਅਸ਼ਟਪਦੀਆਂ ਦੇ ਵਿੱਚ ਤਕਰੀਬਨ 8 ਪੌੜੀਆਂ ਜਾਂ ਬੰਦ ਹੈਗੇ ਨੇ ਅਤੇ ਹਰ ਪੌੜੀ ਦੇ ਵਿੱਚ 10 ਤੁਕਾਂ ਜਿਹੜੀਆਂ ਨੇ ਉਹ ਸ਼ਾਮਲ ਹੈਗੀਆਂ ਨੇਗੀਆਂ। ਓਕੇ, ਸੁਖਮਨੀ ਸਾਹਿਬ ਜਿਹੜੀ ਹੈ ਆਦਿ ਗ੍ਰੰਥ ਵਿਚਲੀਆਂ ਬਾਣੀਆਂ ਦੇ ਵਿੱਚੋਂ ਸਭ ਤੋਂ ਲੰਬੀ ਬਾਣੀ ਹੈ। ਇੱਕ ਵਚਨ ਇੰਪੋਰਟੈਂਟ ਹੈ ਕਿ ਸਭ ਤੋਂ ਲੰਬੀ ਬਾਣੀ ਕਿਹੜੀ ਹੈ? ਸੁਖਮਨੀ ਸਾਹਿਬ ਹੈਗੀ ਜਿਹੜੀ ਕਿ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਰਚੀ ਗਈ ਹੈ, ਜਿਸ ਦੀਆਂ ਤਕਰੀਬਨ 1977 ਤੁਕਾਂ ਜਿਹੜੀਆਂ ਨੇ ਸ਼ਾਮਲ ਨੇਗੀਆਂ ਸੁਖਮਨੀ ਸਾਹਿਬ ਦੀਆਂ, ਠੀਕ ਹੈ। ਸੋ ਇਹ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਨਾ ਨੰਬਰ 262 ਤੋਂ ਲੈ ਕੇ 296 ਤੱਕ ਜਿਹੜੀ ਹੈ ਦਰਜ ਹੈ। ਓਕੇ, ਨੈਕਸਟ ਬਾਣੀ ਹੈ 12ਵਾਂ। ਸੋ 12ਵਾਂ ਜਿਹੜੀ ਬਾਣੀ ਹੈ ਸੋ ਇਹ ਗੁਰੂ ਸਾਹਿਬ ਜੀ ਦੇ ਦੁਆਰਾ ਰਚੀ ਗਈ ਹੈ, ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ। ਇਹ ਬਾਣੀ ਜਿਹੜੀ ਹੈ ਇਹ 12 ਮਹੀਨਿਆਂ ਦੇ ਸਦਰਭਵ ਦੇ ਵਿੱਚ ਲਿਖੀ ਹੋਈ ਇੱਕ ਕਾਵਿ ਰਚਨਾ ਹੈ, ਕਵਿਤਾ ਦੇ ਰੂਪ ਦੇ ਵਿੱਚ ਮਿਲਦੀ ਹੈਗੀ। ਇਸ ਦਾ ਪ੍ਰਮੁੱਖ ਜਿਹੜਾ ਵਿਸ਼ਾ ਹੈ ਉਹ ਮਹੀਨਿਆਂ ਦਾ ਜਿਹੜਾ ਜ਼ਿਕਰ ਕਰਨਾ ਹੈ, 12 ਮਹੀਨਿਆਂ ਦਾ, ਠੀਕ ਹੈ। ਔਰ ਉਸ ਦੇ ਵਿੱਚ ਉਸ ਪ੍ਰਕਿਰਤੀ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈਗਾ, ਨੇਚਰ ਨੂੰ ਪੇਸ਼ ਕੀਤਾ ਗਿਆ ਇਸ ਦੇ ਵਿੱਚ 12 ਮਾਹ ਜਾਣੀ ਕਿ 12 ਤਰੀਕਿਆਂ ਦੇ ਨਾਲ, ਠੀਕ ਹੈ। ਸੋ ਗੁਰੂ ਜੀ ਨੇ 12 ਮਾਹ ਦੀ ਜਿਹੜੀ ਰਚਨਾ ਕੀਤੀ ਹੈ ਉਹ ਰਾਗ ਮਾਝ ਦੇ ਵਿੱਚ ਰਚਨਾ ਕੀਤੀ ਹੈਗੀ ਹੈ। ਰਾਗ ਮਾਝ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਇਸ ਬਾਣੀ ਨੂੰ ਲਿਖਣ ਦੇ ਲਈ। ਔਰ ਉਹਨਾਂ ਨੇ ਇਸ ਦੇ ਵਿੱਚ ਉਸ ਮਨੁੱਖ ਦੀ ਹਾਲਤ ਨੂੰ ਬਿਆਨ ਕੀਤਾ ਹੈ ਜੋ ਪ੍ਰਭੂ ਤੋਂ ਵਿਰਕੇ ਜਾਣੀ ਕਿ ਵੱਖ ਹੋ ਕੇ ਵੱਖ-ਵੱਖ ਥਾਵਾਂ ਦੇ ਉੱਪਰ ਭਟਕ ਰਿਹਾ ਹੈਗਾ, ਜਾਣੀ ਕਿ ਉਹ ਪ੍ਰਭੂ ਤੋਂ ਮੁਖ ਮੋੜ ਕੇ, ਠੀਕ ਹੈ। ਸੋ ਇਸ ਬਾਣੀ ਦੀ ਜਿਹੜੀ ਰਚਨਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਨਾ ਨੰਬਰ 133 ਤੋਂ ਲੈ ਕੇ 136 ਨੰਬਰ ਪੇਜ ਤੱਕ ਦਰਜ ਹੈਗੀ ਆ। ਔਰ ਇਸ ਦੇ ਵਿੱਚ ਤਕਰੀਬਨ ਕੁੱਲ 14 ਜਿਹੜੇ ਬੰਦ ਨੇ ਉਹ ਸ਼ਾਮਲ ਹੈਗੇ ਨੇਗੇ। ਨੈਕਸਟ ਹੈ 52 ਅੱਖਰੀ। ਸੋ ਇਹ ਵੀ ਇੱਕ ਇੰਪੋਰਟੈਂਟ ਬਾਣੀ ਹੈ ਗੁਰੂ ਸਾਹਿਬ ਜੀ ਦੀ। ਸੋ ਇਹ ਬਾਣੀ ਦੇਵਨਾਗਰੀ ਲਿਪੀ ਦੀ ਵਰਨਮਾਲਾ ਦੇ ਅੱਖਰਾਂ ਨੂੰ ਆਧਾਰ ਬਣਾ ਕੇ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਕੀਤੀ ਗਈ ਹੈ। ਸੋ ਇਹ ਬਾਣੀ ਜਿਹੜੀ ਹੈ 52 ਅੱਖਰੀ, ਇਹ ਬੌੜੀ ਰਾਗ ਦੇ ਵਿੱਚ ਅੰਕਿਤ ਹੈਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਔਰ ਇਸ ਬਾਣੀ ਦੀਆਂ 55 ਪੌੜੀਆਂ ਹਨ ਅਤੇ ਹਰ ਇੱਕ ਪੌੜੀ ਦੇ ਨਾਲ ਇੱਕ ਸ਼ਲੋਕ ਵੀ ਜਿਹੜਾ ਹੈ ਉਹ ਅੰਕਿਤ ਕੀਤਾ ਗਿਆ ਹੈਗਾ। ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਦੀ ਮਿਹਰ ਭਰੀ ਦ੍ਰਿਸ਼ਟੀ ਪ੍ਰਾਪਤ ਕਰਨ ਦੇ ਲਈ ਪਹਿਲਾਂ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਜ਼ਰੂਰੀ ਹੈ, ਯਾਨੀ ਕਿ ਪਹਿਲਾਂ ਗੁਰੂ ਦੇ ਚਰਨਾਂ ਦੇ ਵਿੱਚ ਆਉਣਾ ਪਵੇਗਾ, ਉਸ ਤੋਂ ਬਾਅਦ ਹੀ ਪਰਮਾਤਮਾ ਜਿਹੜਾ ਹੈ ਉਹਨਾਂ ਦੇ ਉੱਪਰ ਆਪਣਾ ਮਿਹਰ ਭਰਿਆ ਜਿਹੜਾ ਹੈ ਉਹ ਹੱਥ ਰੱਖੇਗਾ, ਠੀਕ ਹੈ। ਤਾਂ ਇਸ ਲਈ ਪਹਿਲਾਂ ਗੁਰੂ ਅਪਣਾਉਣਾ ਪਵੇਗਾ, ਚਾਹੇ ਕੋਈ ਵੀ ਹੈ। ਸੋ ਤੁਹਾਡੇ ਅਕੋਰਡਿੰਗ ਹੋ ਸਕਦਾ ਹੈ ਗੁਰੂ ਦੇ ਅਕੋਰਡਿੰਗ, ਹੈ ਨਾ। ਸੋ ਬਟ ਉਸ ਤੋਂ ਬਾਅਦ ਹੀ ਤੁਸੀਂ ਜਿਹੜਾ ਕਹਿ ਸਕਦੇ ਹੋ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹੋ। ਸੋ ਇਹ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਨਾ ਨੰਬਰ 250 ਤੋਂ ਲੈ ਕੇ 262 ਤੱਕ ਜਿਹੜੀ ਹੈ ਦਰਜ ਹੈਗੀ। ਨੈਕਸਟ ਹੈ 12। ਸੋ ਇਹ ਵੀ ਇੰਪੋਰਟੈਂਟ ਰਚਨਾ ਹੈ। ਸੋ ਗੁਰੂ ਸਾਹਿਬ ਜੀ ਦੇ ਦੁਆਰਾ ਕੁੱਲ ਜਿਹੜੀਆਂ 6 ਵਾਰਾਂ ਦੀ ਰਚਨਾ ਕੀਤੀ ਗਈ ਹੈ। ਸੋ ਰਾਗ ਗੌੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਗ ਮਾਰੂ, ਰਾਗ ਬਸੰਤ, ਇਹਨਾਂ 6 ਰਾਗਾਂ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਆਂਗੇ ਗੁਰੂ ਸਾਹਿਬ ਜੀ ਨੇ ਕੁੱਲ 6 ਵਾਰਾਂ ਦੀ ਜਿਹੜੀ ਰਚਨਾ ਕੀਤੀ ਹੈ। ਔਰ ਇਹਨਾਂ ਵਾਰਾਂ ਦੇ ਵਿੱਚ ਉਹਨਾਂ ਨੇ ਪਰਮਾਤਮਾ ਦੀ ਸਿਫਤ ਸਲਾਹ ਅਤੇ ਪੂਰਨ ਗੁਰਸਿੱਖ ਦੀ ਜਿਹੜੀ ਪਰਿਭਾਸ਼ਾ ਹੈ ਉਸ ਨੂੰ ਦਰਸਾਉਣ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਹੈ, ਯਾਨੀ ਕਿ ਪਰਮਾਤਮਾ ਦੀ ਸਿਫਤ ਵੀ ਕੀਤੀ ਗਈ ਹੈ ਅਤੇ ਕਿਸ ਨੂੰ ਅਸੀਂ ਪੂਰਨ ਤੌਰ ਦੇ ਉੱਪਰ ਗੁਰਸਿੱਖ ਕਹਿ ਸਕਦੇ ਹਾਂ। ਸੋ ਇਸ ਦੀ ਪਰਿਭਾਸ਼ਾ ਵੀ ਇਹਨਾਂ ਨੇ ਇਹਨਾਂ ਵਾਰਾਂ ਦੇ ਵਿੱਚ ਹੀ ਕੀਤੀ ਹੈਗੀ ਆ। ਸੋ ਇਹ ਕੁਝ ਪ੍ਰਮੁੱਖ ਬਾਣੀਆਂ ਸੀ ਜਿਨ੍ਹਾਂ ਦੀ ਡਿਟੇਲ ਵੀ ਸੀ। ਔਰ ਇਸ ਤੋਂ ਇਲਾਵਾ ਕੁਝ ਹੋਰ ਜਿਹੜੀਆਂ ਬਾਣੀਆਂ ਨੇ ਸੋ ਇਹਨਾਂ ਦੇ ਵਿੱਚ ਸਹਿਜ ਸਕ੍ਰਿਤੀ ਹੋ ਗਿਆ, ਗਾਥਾ ਹੋ ਗਿਆ, ਫਨਾਹੇ ਹੋ ਗਿਆ, ਪਹਿਰੇ ਹੋ ਗਿਆ, ਸ਼ਬਦ ਹੋ ਗਏ, ਸ਼ਲੋਕ ਹੋ ਗਏ, ਮਾਰੂ ਡੱਖਣੇ ਹੋ ਗਏ, ਕਾਫੀ, ਛੰਤ, ਸੋਲੇ, ਅਸ਼ਟਪਦੀਆਂ, ਪੌੜੀਆਂ, ਤਿਥੀ, ਦਿਨ ਰੈਣ, ਬਿਰਹੇੜੇ, ਗੁਣਵਤੀ, ਰੁਤੀ, ਅੰਜਲੀਆਂ, ਇਹ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ, ਜੋ ਕਿ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਰਚੀਆਂ ਗਈਆਂ ਨੇਗੀਆਂ ਸਾਰੀਆਂ, ਠੀਕ ਹੈ। ਬਟ ਪਹਿਲੀਆਂ ਜਿਹੜੀਆਂ ਉਹ ਪ੍ਰਮੁੱਖ ਨੇ ਔਰ ਉਹਨਾਂ ਨੂੰ ਲੈ ਕੇ ਜ਼ਿਆਦਾ ਜਿਹੜੇ ਕੁਐਸਚਨ ਆਉਣ ਦੀ ਸੰਭਾਵਨਾ ਰਹੇਗੀ। ਸੋ ਉਹਨਾਂ ਦੇ ਵਿੱਚੋਂ ਜ਼ਿਆਦਾ ਹੋਵੇਗਾ, ਇਹ ਜ਼ਿਆਦਾ ਨਹੀਂ ਪੁੱਛੇ ਜਾਣੇ। ਸੋ ਇਸ ਤੋਂ ਇਲਾਵਾ ਗੁਰੂ ਅਰਜਨ ਸਾਹਿਬ ਜੀ ਦੀਆਂ ਕੁਝ ਪ੍ਰਮੁੱਖ ਸਤਰਾਂ ਜੋ ਅਕਸਰ ਪੇਪਰ ਦੇ ਵਿੱਚ ਆ ਜਾਂਦੇ ਹੁੰਦੇ ਨੇ ਔਰ ਪੁੱਛ ਲਿਆ ਜਾਂਦਾ ਕਿ ਕਿਸ ਗੁਰੂ ਸਾਹਿਬ ਦੀਆਂ ਜਿਹੜੀਆਂ ਜਾਂ ਗੁਰਸਿੱਖ ਦੀਆਂ ਜਿਹੜੀਆਂ ਕਹਿ ਸਕਦੇ ਹਾਂ ਨਾ ਇਹ ਰਚਨਾਵਾਂ ਨੇ, ਸੋ ਨੋਟ ਕਰਨ ਵਾਲੀਆਂ ਨੇ। ਸੋ ਪਹਿਲਾ ਇਹ ਤਾਂ ਤੂੰ ਮੇਰਾ ਪਿਤਾ ਤੂੰ ਹੀ ਮੇਰਾ ਮਾਤਾ, ਸੋ ਤੂੰ ਹੀ ਆਊਗਾ ਸੋਰੀ, ਠੀਕ ਹੈ। ਔਰ ਤੂੰ ਮੇਰਾ ਬਾਂਧੋ ਔਰ ਤੂੰ ਮੇਰਾ ਪ੍ਰਵਾਤਾ, ਸੋ ਇਹ ਪਹਿਲੀ ਰਚਨਾ ਹੈ। ਦੂਸਰੀ ਹੈ ਮਿੱਠ ਬੋਲੜਾ ਜੀ ਹਰ ਸਜਨ ਸੁਆਮੀ ਮੋਰਾ, ਹਉ ਸੰਭਲੇ ਤਕੀ ਜੀ ਉਹ ਕਦੇ ਨਾ ਬੋਲੇ ਕੌੜਾ।
ਤੀਸਰੀ ਤੁਕ ਹੈ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਗੇ। ਸੋ ਇਹ ਜਦੋਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਤਤੀ ਤਵੀ ਦੇ ਉੱਪਰ ਬਿਠਾਇਆ ਗਿਆ ਸੀ, ਉਸ ਸਮੇਂ ਜਿਹੜਾ ਹੈ ਇਹਨਾਂ ਸ਼ਬਦਾਂ ਦਾ ਉਚਾਰਨ ਕੀਤਾ ਸੀ ਉਹਨਾਂ ਨੇ। ਸੋ ਇਸ ਤੋਂ ਅਗਲੀ ਚੌਥੀ ਤੁਕ ਹੈਗੀ ਇਹਨਾਂ ਦੀ, ਮੇਰਾ ਮਨ ਚੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰਿਕ ਕੀ ਨਿਆਈ। ਸੋ ਇਹ ਜਿਹੜੀਆਂ 4 ਸਤਰਾਂ ਨੇ ਇਹ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਅਲੱਗ-ਅਲੱਗ ਬਾਣੀਆਂ ਦੇ ਵਿੱਚ ਦਰਜ ਹੈਗੀਆਂ, ਉਹਨਾਂ ਦੇ ਦੁਆਰਾ ਲਿਖੀਆਂ ਗਈਆਂ ਨੇਗੀਆਂ, ਰਚੀਆਂ ਗਈਆਂ ਨੇਗੀਆਂ। ਸੋ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਕੁਐਸਚਨ ਉਹ ਆ ਸਕਦਾ ਹੈ। ਸੋ ਇਹ ਸੀਗਾ ਅੱਜ ਦਾ ਸਾਡਾ ਸੈਸ਼ਨ, ਜਿਸ ਦੇ ਵਿੱਚ ਅਸੀਂ ਗੱਲ ਕੀਤੀ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਲੈ ਕੇ ਪੂਰਾ ਟੌਪਿਕ ਜਿਹੜਾ ਕਵਰ ਕੀਤਾ ਹੈ। ਸੋ ਕੱਲ੍ਹ ਇਸ ਦੇ ਜਿਹੜੇ ਆਪਾਂ MCQ ਡਿਸਕਸ ਕਰਾਂਗੇ। ਸੋ ਅਗਰ ਪੰਜਾਬੀ ਦੇ ਅਕੋਰਡਿੰਗ ਗੱਲ ਕਰਾਂਗੇ ਤਾਂ ਸਿਰਫ ਇੰਨਾ ਟੌਪਿਕ ਜਿਹੜਾ ਉਹ ਕਾਫੀ ਹੈ। ਸੋ ਅਗਰ ਤੁਸੀਂ ਜ਼ਿਆਦਾ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਹਾਂ ਤਾਂ ਤੁਸੀਂ ਉਹ ਹਿਸਟਰੀ ਵਾਲੀ ਜਿਹੜੀ ਪਲੇਲਿਸਟ ਹੈ ਉਸ ਦੇ ਵਿੱਚੋਂ ਜਾ ਕੇ ਪੜ੍ਹ ਸਕਦੇ ਹੋ, ਬਟ ਮੇਰੇ ਅਕੋਰਡਿੰਗ ਤੁਹਾਨੂੰ ਹੋਰ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਫੀਸ ਪੇ ਕਰਕੇ ਉਹਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।